ऑडियो रिकॉर्डिंग मनोस्थिति बयां करके एक गुरमुख प्यारे ने भेजी है। इस रिकॉर्डिंग द्वारा कुछ क गल्लां समझणियां करिए। जिवें इस रिकॉर्डिंग विच कहा है कि तुहाडी कल रिकॉर्डिंग सुन रहा सी, जिहदे विच तुसीं कह रहे सी कि जहीन फकीर डंडे का उपयोग करते हैं जगाउण वास्ते, भी तुसीं भी यह रिकॉर्डिंगां जड़ियां रोज़ पाउंदे हो, इन्हां दा उपयोग भी वैसे ही हो रहा है। बिल्कुल ठीक समझे तुसी, पर सारियां वास्ते नहीं। यह भी गल ख्याल विच रखण योग है। जिवें इवें समझो तुसी भी कोई तुहाडा मित्र बिना दसे पिछे आण के तुहाडे कमर दे विच चोट करे जोर दी, ते एकदम तुसी मुड़ के देखोगे ते नाराज नहीं होवोगे, हसोगे भी तू आ गया, मैं तो ख्याल नहीं किया, देखिया नहीं, ते हाल चाल पुछना शुरू कर दोगे। पर वैसे ही चोट कोई अनजान आदमी मार देवे, तुसी नाराज हो जाओगे, क्यों मारी? हो सकदा वो चोट छोटी होवे, तो बहुत ज़्यादा नाराज़गी हो जाएगी। फिर अगर वैसे ही चोट कोई दुश्मन मार देवे तो होर भी ज़्यादा नाराज़गी हो जाएगी। चोट तो एको जी है, ख्याल विच रखो। पर जिहदे ते कीती जा रही है ਉਹਦਾ संबंध तिन्हां नाल ਵੱਖੋ ਵੱਖ है। ਜਿਹੜਾ अपना है चोट तो लगी है शरीर नूं, पर अंदरों नाराज़गी नहीं हुई, चोट नूं स्वीकार की, अपने ने मारी। ते अगर दूसरे ने मारती, किसी बेगाने ने मारती, उत्ते कोई संबंध नहीं, तो नाराज़गी होवेगी। इवें ही ये रिकॉर्डिंगां जिहड़े सुनन वाले हन, उन्हां ते अलहदा अलहदा चोट हुंदी है, क्योंकि अलहदा अलहदा ढंग दे नाल ओह सुनदे हन। जिहदा तां जोड़ हार्दिक होवेगा, नेड़ता बनी होवेगी, चोट तो उहदे ते भी होवेगी, पर वो चोट दोबारा जागेगा, सुचेत होवेगा कि मैनू सुचेत करन वास्ते, जगाउण वास्ते मारी। जिवें जहीन फकीर मारदे सन जगाउण वास्ते, तो शिष्य नाराज़ थोड़ी हुंदे सन। नाराज़ हुंदे तो चले ही जांदे ना छड्ड के। तो देखो वो डंडे नाल चोट करदे सन, इत्थे शब्द नाल कीती जा रही। ते कईयां को शब्द की चोट भी नहीं सहार हुंदी, डंडे की तो कित्थों सहारनगे। बहुत कच्चे हैं हाले, हाले संसार दे विच ज़्यादा सुरत जुड़ी हुई है, ज़्यादा मोह की निंद्रा दे विच सुते हुए हैं। जग सुता मोह प्यार, इस करके चोट ज़्यादा लगती। नाले कोई संबंध नहीं है हार्दिक, जिन्हां नूं किते होर जुड़े हुए हैं, उन्हां नूं चोट ज़्यादा लगती है।
ਬਹੁਤ ਝੂਠ ਸਹਾਰਦੇ ਨਹੀਂ, ਛੱਡ ਕੇ ਚਲੇ ਜਾਂਦੇ। ਪਰ ਜਿਨ੍ਹਾਂ ਦਾ ਸੰਬੰਧ ਹੈ ਹਾਰਦਿਕ, ਉਹ ਹੀ ਜਾਗ ਸਕਦੇ ਹਨ। ਝੂਠ ਦੁਆਰਾ ਫਿਰ ਦੂਸਰੀ ਗੱਲ ਇਹ ਹੈ, ਅਗਰ ਜਾਗਣ ਨੂੰ ਕੋਈ ਤਿਆਰ ਹੋਵੇ ਤਾਂ ਕਈ ਜਿਹੜੇ ਤਿਆਰ ਨਹੀਂ ਹਨ ਜਾਗਣ ਨੂੰ, ਉਹਨਾਂ 'ਤੇ ਜਿੰਨੀ ਮਰਜ਼ੀ ਚੋਟ ਕਰੀ ਜਾਓ, ਉਹ ਜਾਗਦੇ ਹੀ ਨਹੀਂ ਹਨ। ਜ਼ਿਆਦਾ ਵਧੀਆ ਸੁਪਨਾ ਦੇਖ ਰਹੇ ਪਿਆਰਾ, ਅਤੇ ਇਸ ਕਰਕੇ ਉਹ ਸੁਣਦੇ ਵੀ ਹਨ। ਉੱਪਰ ਸੁੱਤਾ ਪਿਆ ਵੀ ਆਦਮੀ ਜਾਗਣ ਦੀਆਂ ਗੱਲਾਂ ਸੁਣ ਲੈਂਦਾ, ਜਗਾਉਣ ਵਾਲਿਆਂ ਦੀਆਂ ਵੀ ਸੁਣੀ ਜਾਂਦਾ, ਪਾਠ ਵੀ ਕਰੀ ਜਾਂਦਾ, ਪਰ ਜਾਗਦਾ ਥੋੜ੍ਹੀ। ਸੌਣ ਵਾਸਤੇ ਕਈ ਸੁਣ ਲੈਂਦੇ ਹਨ, ਕਈ ਪ੍ਰੇਮੀ ਕਹਿ ਵੀ ਦਿੰਦੇ ਹਨ ਤੁਹਾਡੀਆਂ ਰਿਕਾਰਡਿੰਗਾਂ ਸੁਣਦੇ ਨੀਂਦ ਆ ਜਾਂਦੀ। ਦੇਖੋ, ਕਈ ਇਸ ਢੰਗ ਨਾਲ ਵੀ ਉਪਯੋਗ ਕਰ ਸਕਦੇ ਹਨ ਸੌਣ ਵਾਸਤੇ। ਅਤੇ ਕਈ ਜਿਹੜੇ ਗਹਿਰੀ ਨੀਂਦ 'ਚ ਸੁੱਤੇ ਹੋਏ ਹਨ, ਸੁਪਨੇ ਦੇਖ ਰਹੇ ਵਧੀਆ ਪਿਆਰੇ, ਜਿਵੇਂ ਰਾਤ ਨੂੰ ਤੁਸੀਂ ਸੁਪਨਾ ਦੇਖਦੇ ਹੋ, ਵਧੀਆ ਪਿਆਰਾ ਸੁਪਨਾ ਦੇਖਦੇ ਹੋ, ਫਿਰ ਨਹੀਂ ਜਾਗ ਆਉਂਦੀ। ਦੁਖਦਾਈ ਸੁਪਨਾ ਦੇਖ ਰਹੇ ਹੋ, ਫਿਰ ਜਾਗਣ ਦੀ ਜ਼ਿਆਦਾ ਸੰਭਾਵਨਾ। ਇੱਦਾਂ ਹੀ ਸੰਸਾਰ ਦੇ ਵਿੱਚ ਤੁਸੀਂ ਸੁਪਨਾ ਦੇਖ ਰਹੇ ਹੋ, ਵਿਚਾਰ ਸੁਪਨਾ ਹੈ, ਚੰਗੇ ਸ਼ੁਭ ਵਿਚਾਰ, ਤਰੱਕੀਆਂ ਹੋ ਰਹੀਆਂ, ਅਤੇ ਫਿਰ ਜਾਗਣ ਦੀ ਸੰਭਾਵਨਾ ਘੱਟ ਹੈ। ਅਗਰ ਦੁੱਖ ਆ ਜਾਵੇ, ਤਕਲੀਫਾਂ ਆ ਜਾਣ, ਤਦੇ ਕਿਹਾ ਹੈ ਨਾ ਦੁੱਖ ਦਾਰੂ ਬਣ ਜਾਂਦਾ, ਜਾਗਣ ਵਾਸਤੇ ਇਸਤੇਮਾਲ ਕੀਤਾ ਜਾਂਦਾ। ਜਾਗਣ ਦੀ ਸੰਭਾਵਨਾ ਜ਼ਿਆਦਾ ਹੈ। ਅਤੇ ਜਿਹੜੇ ਜਾਗਣ ਨੂੰ ਤਿਆਰ ਹਨ, ਇਵੇਂ ਸਮਝ ਲਵੋ ਵੀ ਜਿਵੇਂ ਸਰੀਰਕ ਰੋਗ ਹੋਵੇ ਤੁਹਾਨੂੰ, ਅਤੇ ਤੁਸੀਂ ਦੱਸ ਦਿੰਦੇ ਹੋ ਡਾਕਟਰ ਨੂੰ ਜਾ ਕੇ ਵੀ ਇਹ ਰੋਗ ਹੈ ਸਾਨੂੰ, ਤੁਸੀਂ ਸਵੀਕਾਰ ਕਰਦੇ ਹੋ ਸਰੀਰਕ ਰੋਗ। ਪਰ ਮਾਨਸਿਕ ਰੋਗ ਪਹਿਲੀ ਗੱਲ ਤਾਂ ਕੋਈ ਸਵੀਕਾਰ ਹੀ ਨਹੀਂ ਕਰਦਾ। ਕੋਈ ਕਹਿੰਦਾ ਥੋੜ੍ਹੀ ਹੈ ਮੈਂ ਰੋਗੀ ਹਾਂ। ਤੁਸੀਂ ਖਿਆਲ ਕਰੋ, ਕਿਸੇ ਨੂੰ ਕਹਿ ਕੇ ਦੇਖੋ ਤੂੰ ਹੰਕਾਰੀ ਹੈ, ਅਗਲਾ ਮੰਨਣ ਨੂੰ ਤਿਆਰ ਨਹੀਂ ਹੋਵੇਗਾ। ਮੈਂ ਹੰਕਾਰੀ? ਨਾ, ਮੇਰੇ 'ਚ ਈਗੋ ਕਿੱਥੇ, ਹੰਕਾਰ ਕਿੱਥੇ? ਤੁਹਾਨੂੰ ਇਹ ਨਹੀਂ ਪਤਾ ਭੋਲੇ ਨੂੰ, ਇਹਦੇ ਤੋਂ ਬਿਨਾਂ ਮੈਂ ਹੋ ਨਹੀਂ ਸਕਦੀ। ਇਹੋ ਹੀ ਵੱਡਾ ਰੋਗ ਹੈ, ਹਉਮੈ ਦੀਰਘ ਰੋਗ ਹੈ। ਅਤੇ ਕੋਈ ਵੀ ਨਹੀਂ ਕਹਿੰਦਾ ਹੈ ਮੈਨੂੰ ਰੋਗ ਹੈ, ਮੈਂ ਰੋਗੀ। ਅਤੇ ਪਹਿਲਾਂ ਸਵੀਕਾਰ ਕਰ ਲਏ ਕੋਈ ਰੋਗੀ ਹਾਂ। ਹਉਮੈ ਤੋਂ, ਮੈਂ ਤੋਂ ਹੀ ਵਿਚਾਰ ਚੱਲ ਰਹੇ ਹਨ ਤੁਹਾਡੇ ਸੰਸਾਰ। ਜੇ ਮੈਂ ਨਾ ਹੋਵੇਗੀ ਫਿਰ ਵਿਚਾਰ ਥੋੜ੍ਹੀ ਚੱਲਣਗੇ। ਵਿਚਾਰਾਂ ਦਾ ਕੇਂਦਰ ਹੀ ਨਾ ਰਿਹਾ। ਵਿਚਾਰ ਕਿਸੇ ਕੇਂਦਰ ਤੋਂ ਚੱਲ ਰਹੇ ਹਨ, ਮੈਂ ਤੋਂ ਚੱਲ ਰਹੇ ਹਨ, ਹਉ ਤੋਂ। ਅਤੇ ਵਿਚਾਰਾਂ ਦੁਆਰਾ ਹਉ ਵੱਧਦੀ ਹੈ, ਅਤੇ ਵਿਚਾਰ ਚੱਲ ਰਿਹਾ ਅਤੇ ਹਰ ਇੱਕ ਦੇ ਵਿੱਚ ਚੱਲ ਰਿਹਾ, ਅਤੇ ਹਉ ਤਾਂ ਹੈ ਹੀ, ਪਰ ਕੋਈ ਸਵੀਕਾਰ ਨਹੀਂ ਕਰਦਾ। ਅਤੇ ਪਹਿਲਾਂ ਇਹ ਬਿਮਾਰੀ ਸਵੀਕਾਰ ਕਰੇ ਕੋਈ। ਸਤਿਪੁਰਖ ਔਸ਼ਧੀ ਦਿੰਦੇ ਹਨ, ਪਰ ਔਸ਼ਧੀ ਉਹ ਲਵੇਗਾ ਨਾ ਜਿਹੜਾ ਸਵੀਕਾਰ ਕਰੇਗਾ ਮੈਂ ਬਿਮਾਰ ਹਾਂ, ਫਿਰ ਉੱਦਾਂ ਹੀ ਲਵੇਗਾ ਜਿੱਦਾਂ ਕਹੀ ਗਈ। ਕੋਈ ਜਾਗਣ ਨੂੰ ਤਿਆਰ ਹੋਵੇ ਅਤੇ ਫਿਰ ਹੀ ਜਾਗੇਗਾ ਨਾ। ਅਤੇ ਜਾਗਣ ਵਾਸਤੇ ਤਿਆਰੀ ਪਹਿਲਾਂ ਕਰਾਉਣੀ ਪੈਂਦੀ ਹੈ ਕਿ ਤੁਸੀਂ ਜਾਗਣ ਵਾਸਤੇ ਤਿਆਰ ਹੋਵੋ। ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਤਿਆਰੀ ਨੂੰ ਬਹੁਤਾ ਸਮਾਂ ਲੱਗ ਜਾਂਦਾ ਹੈ, ਜਾਗਣ ਨੂੰ ਸਮਾਂ ਨਹੀਂ ਲੱਗਦਾ। ਜਿਵੇਂ ਪੁਰਾਣੀਆਂ ਗਾਥਾਵਾਂ ਤੁਸੀਂ ਸੁਣੀਆਂ ਹੋਣਗੀਆਂ, ਕਿਸੇ ਫਕੀਰ ਕੋਲ ਕੋਈ ਗਿਆ,
ਭਗਤ ਸ਼ਿਸ਼ ਪਿਆਰਾ ਤੂੰ ਇੱਕ ਝਟਕੇ ਦੇ ਨਾਲ ਹੀ ਉਹਨੂੰ ਜਗਾ ਦਿੱਤਾ ਚੋਟ ਕਰਕੇ। ਪਰ ਉਹ ਬਿਲਕੁਲ ਜਾਗਣ ਦੇ ਕਿਨਾਰੇ ਪਹੁੰਚਿਆ ਸੀ। ਜਿਵੇਂ ਰਾਜਾ ਜਨਕ, ਤੁਸੀਂ ਹੈਰਾਨ ਹੁੰਦੇ ਹੋ ਨਾ ਵੀ ਇੰਨੇ ਗਹਿਰੇ ਸੰਸਾਰ ਦੇ ਵਿੱਚ ਐਡਾ ਵੱਡਾ ਅਡੰਬਰ। ਦੇਖੋ ਤੁਹਾਡਾ ਛੋਟਾ ਜਿਹਾ ਅਡੰਬਰ ਹੈ, ਛੋਟਾ ਜਿਹਾ ਪਰਿਵਾਰ ਨੂੰ ਤੁਸੀਂ ਪਾਲਦੇ ਹੋ ਅਤੇ ਕਿੰਨਾ ਖਚਤ ਹੈ ਮਨ, ਤੁਸੀਂ ਜਾਗਣ ਨੂੰ ਤਿਆਰ ਨਹੀਂ। ਅਤੇ ਉਹਦਾ ਤਾਂ ਬਹੁਤ ਜ਼ਿਆਦਾ ਵੱਡਾ ਅਡੰਬਰ ਹੋਵੇਗਾ ਸਮਰਾਟ ਦਾ। ਤਾਂ ਇੰਨੇ ਗਹਿਰੇ ਸੰਸਾਰ ਦੇ ਵਿੱਚ ਫਸਿਆ ਹੋਇਆ ਆਦਮੀ ਪਰ ਤਿਆਰ ਹੋ ਗਿਆ ਸੀ ਜਾਗਣ ਨੂੰ ਤਿਆਰ ਹੋਇਆ ਸੀ। ਇਸੇ ਕਾਰਨ ਹੀ ਅਸ਼ਟਾਵਕਰ ਦੇ ਕਦਮਾਂ 'ਚ ਬੈਠ ਕੇ, ਦੇਖੋ ਛੋਟਾ ਜਿਹਾ ਬੱਚਾ ਹੈ, ਤੁਸੀਂ ਸੋਚੋ 7 ਸਾਲ ਦਾ ਬੱਚਾ, ਕੋਈ ਸਮਰਾਟ ਬਜ਼ੁਰਗ ਜਿਹਦੀ ਇੱਜ਼ਤ ਮਾਣ ਬਹੁਤ ਹੈ ਉਸ ਇਲਾਕੇ 'ਚ, ਉਹ ਬੈਠ ਜਾਂਦਾ ਹੈ ਕਦਮਾਂ ਦੇ ਵਿੱਚ ਅਤੇ ਕਹਿੰਦਾ ਹੈ, ਹੇ ਪ੍ਰਭੂ ਵੀ ਮੈਨੂੰ ਮੁਕਤੀ ਦਾ ਰਸਤਾ ਦੱਸੋ। ਉਹ ਤਿਆਰ ਹੋ ਗਿਆ ਤਾਂ ਹੀ ਕਹਿ ਰਿਹਾ ਸੀ। ਬਹੁਤ ਵੱਡੀ ਗੱਲ ਹੈ ਸਮਰਾਟ ਵਾਸਤੇ। ਫਿਰ ਛੋਟੇ ਬੱਚੇ ਦੇ ਕਦਮਾਂ 'ਚ ਬਹਿਣਾ, ਲੋਕ ਕਹਿਣਗੇ ਬਿਲਕੁਲ ਹੀ ਮੂੜ ਹੈ। ਛੋਟੇ ਬੱਚਿਆਂ ਨੂੰ ਸਿਖਾਉਣਾ ਕਿ ਉਹਨਾਂ ਕੋਲ ਸਿੱਖਣਾ। ਬਜ਼ੁਰਗ ਆਦਮੀ ਨੂੰ ਬਹਿਣਾ ਬੜਾ ਔਖਾ ਹੈ ਥੱਲੇ। ਆਪਣੇ ਤੋਂ ਘੱਟ ਉਮਰ ਹੋਵੇ ਤਾਂ ਤੁਸੀਂ ਝੁਕ ਨਹੀਂ ਸਕਦੇ ਹੋ। ਫਿਰ ਆਪਣੇ ਤੋਂ ਗਰੀਬ ਹੋਵੇ ਤਾਂ ਗਰੀਬ ਦਾ ਹੀ ਬੱਚਾ ਸੀ ਅਸ਼ਟਾਵਕਰ। ਫਿਰ ਸਰੀਰ ਵੀ 8 ਜਗ੍ਹਾ ਤੋਂ ਟੇਢਾ ਫਿੰਗਾ, ਜਿਹਦਾ ਕੋਈ ਆਦਰ ਸਤਿਕਾਰ ਮਾਣ ਵੀ ਨਹੀਂ ਕਰਦਾ ਹੋਵੇਗਾ। ਰਾਜਧਾਨੀ 'ਚ ਹੱਸਦੇ ਹੋਣਗੇ ਲੋਕ, ਉਹਦੇ ਸਾਹਮਣੇ ਝੁਕ ਗਿਆ, ਬੈਠ ਗਿਆ। ਇਹ ਤਾਂ ਬਹੁਤ ਵੱਡੀ ਪਹਿਲੇ ਤਿਆਰੀ ਹੋ ਹੀ ਗਈ। ਜਿਵੇਂ ਮੈਂ ਕਹਿੰਦਾ ਹੁੰਦਾ ਨਾ ਵੀ 5 ਪਿਆਰੇ ਆ ਗਏ ਸਨ, ਗੁਰੂ ਦੇ ਸਨਮੁਖ ਸਿਰ ਰੱਖ ਦਿੱਤੇ ਸਨ, ਅਤੇ ਉਹ ਜਦੋਂ ਸਿਰ ਰੱਖੇ ਸਨ ਉਹ ਪਹਿਲਾਂ ਤਿਆਰੀ ਹੋ ਚੁੱਕੀ ਸੀ। ਤਿਆਰੀ ਨੂੰ ਸਮਾਂ ਲੱਗਾ ਹੋਵੇਗਾ, ਰੋਜ਼ ਰੋਜ਼ ਸੁਣਿਆ, ਰੋਜ਼ ਰੋਜ਼ ਗੁਰੂ ਨੂੰ ਪੀਤਾ ਸਮਝਿਆ। ਇੱਦਾਂ ਹੀ ਜਨਕ ਤਿਆਰ ਹੋਇਆ ਸੀ, ਤਾਂ ਹੀ ਬੈਠਾ ਸੀ ਕਦਮਾਂ ਦੇ ਵਿੱਚ ਅਤੇ ਵਿਨਮਰਤਾ ਸਹਿਤ ਬੇਨਤੀ ਕੀਤੀ ਸੀ। ਇਹੋ ਹੀ ਹੈ ਨਾ ਜਪਜੀ ਸਾਹਿਬ ਜੀ ਦੇ ਸ਼ੁਰੂਆਤ ਦੇ ਵਿੱਚ ਮੈਂ ਤੁਹਾਨੂੰ ਕਹਿੰਦਾ ਹੁੰਦਾ ਵੀ ਉਹਦਾ ਹੀ ਸਵਾਲ ਹੈ ਜਿਹੜਾ ਜਾਗਣ ਨੂੰ ਤਿਆਰ ਹੋਇਆ ਸੀ। ਕਹਿੰਦਾ ਸੀ ਕਿ ਕੂੜਾ ਟੁੱਟੇ ਪਾ, ਇਹ ਕੂੜ ਦੀ ਕੰਧ, ਇਹ ਝੂਠ ਦੀ ਕੰਧ ਕਿਵੇਂ ਟੁੱਟੇ, ਕਿਵੇਂ ਜਾਗਾਂ ਮੈਂ। ਅਤੇ ਜਿਹੜਾ ਜਾਗਣ ਨੂੰ ਤਿਆਰ ਹੋ ਗਿਆ ਉਹਨੂੰ ਹੀ ਜਗਾ ਸਕਦੇ ਹਨ ਨਾ ਸਤਿਪੁਰਖ ਵੀ, ਦੂਜੇ ਨੂੰ ਥੋੜ੍ਹੀ। ਬਾਬਾ ਲੈਣਾ ਜਾਗਣ ਵਾਸਤੇ ਤਿਆਰ ਹੋਊਗੀ। ਅਤੇ ਤਿਆਰੀ ਨੂੰ ਟਾਈਮ ਲੱਗਦਾ ਹੈ। ਜਿਵੇਂ ਕਿਹਾ ਹੈ ਨਾ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡਿਆ, ਉਹ ਸਭਨ ਕੀ ਰੇਣਕਾ ਤਾਂ ਆਓ ਹਮਾਰੇ ਪਾਸ। ਕਬੂਲ ਕਰਨਾ ਮਰਨਾ, ਇਹਨੂੰ ਟਾਈਮ ਲੱਗੇਗਾ ਕਿਉਂਕਿ ਸੰਸਾਰ ਹੈ ਨਾ, ਸੰਸਾਰ ਦਾ ਸਪਨਾ ਬੜਾ ਪਿਆਰਾ ਹੈ, ਮਧੁਰ ਹੈ, ਮਨਮੋਹਕ ਹੈ, ਛੱਡਣ ਨੂੰ ਨਹੀਂ ਚਿੱਤ ਕਰਦਾ। ਇਹਨੂੰ ਮੋਹ ਕਿਹਾ ਹੈ। ਮੋਹ ਦਾ ਮਤਲਬ ਮਨਮੋਹਕ, ਪਿਆਰਾ। ਦੇਖ ਰਹੇ ਹੋ ਤੁਸੀਂ, ਜਦੋਂ ਤੋਂ ਤੁਸੀਂ ਹੋਸ਼ ਸੰਭਾਲੀ ਹੈ ਉਦੋਂ ਤੋਂ ਦੇਖ ਰਹੇ ਹੋ। ਇਸ ਕਰਕੇ ਸੁਪਨੇ ਤੋਂ ਅਲੱਗਾ ਹੋ ਕੇ ਤਾਂ ਕਦੀ ਦੇਖਿਆ ਹੀ ਨਹੀਂ। ਇਸ ਕਰਕੇ ਡਰ ਵੀ ਲੱਗਦਾ ਹੈ ਵੀ ਛੁੱਟ ਹੀ ਗਿਆ। ਤੇ ਪਰ ਪਹਿਲੇ ਵੀ ਤੁਸੀਂ ਅਗਰ ਸਵੀਕਾਰ ਕਰ ਲੈਂਦੇ ਹੋ, ਜਿਵੇਂ ਕਿਹਾ ਵੀ ਹੈ ਗੁਰਮੁਖ ਪਿਆਰੇ ਨੇ, ਵੀ ਥੋੜ੍ਹਾ ਥੋੜ੍ਹਾ ਖਿਆਲ ਵਿੱਚ ਆਉਣ ਲੱਗ ਪਿਆ ਵੀ ਸੰਸਾਰ ਝੂਠ ਹੈ, ਅਸੱਤ ਹੈ, ਮਿਥਿਆ ਹੈ। ਇਹ ਸੁਣ ਸੁਣ ਕੇ ਆ ਰਿਹਾ ਹੈ, ਹਾਲੇ ਵਾਸਤਵਿਕ ਤਾਂ ਨਹੀਂ ਹੈ, ਕਿਉਂਕਿ ਵਾਸਤਵਿਕ ਦਾ ਤਾਂ ਪਤਾ ਲੱਗੇਗਾ ਜਾਗ ਕੇ ਹੀ ਤੁਹਾਨੂੰ। ਜਿਵੇਂ ਰਾਤ ਦੇ ਸੁਪਨੇ 'ਚੋਂ ਜਾਗ ਕੇ ਪਤਾ ਲੱਗਦਾ ਹੈ ਵੀ ਰਾਤ ਦਾ ਸੁਪਨਾ ਸੀ, ਮੈਂ ਦੇਖ ਰਿਹਾ। ਸੁਪਨੇ 'ਚ ਤਾਂ ਨਹੀਂ ਪਤਾ ਲੱਗਦਾ, ਸੁਪਨੇ 'ਚ ਪਤਾ ਲੱਗ ਗਿਆ ਜਾਵੇ ਤਾਂ ਜਾਗ ਹੀ ਜਾਂਦਾ ਆਦਮੀ। ਇੱਦਾਂ ਹੀ ਦਿਨ ਦਾ ਸੁਪਨਾ ਹੈ ਜਿਹੜਾ
लगातार विचार चल रहे, सोच चल रही, ਇਹੋ ਹੀ ਬਿਮਾਰੀ ਹੈ। ਇਹਨੂੰ ਤੁਸੀਂ ਛੱਡਣ ਨੂੰ ਤਿਆਰ ਹੋਗੇ, ਤੁਸੀਂ ਜਾਗਣ ਨੂੰ ਤਿਆਰ ਹੋਗੇ, ਸੰਸਾਰ ਵੱਲੋਂ ਧਿਆਨ ਹਟਾਉਣ ਨੂੰ ਤਿਆਰ ਹੋਗੇ ਅਤੇ ਜਾਗਣ ਨੂੰ ਤਿਆਰ ਹੋਗੇ। ਅਤੇ ਹੌਲੀ ਹੌਲੀ ਇਹ ਤਿਆਰੀ ਹੋਵੇਗੀ। ਪਹਿਲਾਂ ਤਿਆਰੀ ਨੂੰ ਸਮਾਂ ਲੱਗਦਾ ਹੈ। ਕਿਹਾ ਹੈ ਨਾ, ਇੱਕ ਛਿਨ ਧਿਆਏ, ਵੀ ਇੱਕ ਛਿਨ ਵੀ ਜਿਨ੍ਹਾਂ ਨੇ ਧਿਆ ਲਿਆ, ਕਾਲ ਫਾਂਸ ਕੇ ਬੀਚ ਨਾਲ, ਵੀ ਇੱਕ ਛਣ, ਹਾਂ ਇੱਕ ਛਣ ਵਾਸਤੇ ਅਗਰ ਤੁਸੀਂ ਜਾਗ ਗਏ, ਫਿਰ ਤੁਹਾਨੂੰ ਪਤਾ ਲੱਗ ਜਾਵੇਗਾ, ਖਿਆਲ ਵਿੱਚ ਆ ਜਾਵੇਗਾ, ਅਤੇ ਹੌਲੀ ਹੌਲੀ ਥੋੜ੍ਹਾ ਥੋੜ੍ਹਾ ਸ਼ੁਰੂ ਹੋਵੇਗਾ ਜਾਗਣ। ਅਤੇ ਇੱਕ ਛਣ ਵਾਸਤੇ ਜਾਗ ਗਏ, ਦੂਸਰਾ ਛਣ ਵਾਸਤੇ ਵੀ ਜਾਗ ਸਕਦੇ, ਤੀਸਰੇ ਵਾਸਤੇ ਵੀ ਜਾਗ ਸਕਦੇ। ਪਰ ਜਾਗਣ ਦੀ ਤਿਆਰੀ ਪਹਿਲਾਂ ਹੋਵੇਗੀ। ਅਤੇ ਜਿਹੜੇ ਜਾਗਣ ਨੂੰ ਤਿਆਰ ਹੋਣਗੇ ਨਾ, ਉਹਨਾਂ 'ਤੇ ਹੀ ਚੋਟ ਦੇਖੋ ਦੂਰੋਂ ਵੀ ਹੋ ਸਕਦੀ ਹੈ। ਇਹ ਤਾਂ ਗੱਲ ਤਾਂ ਤੁਸੀਂ ਸਵੀਕਾਰ ਕਰਦੇ ਹੋ। ਜੈਨ ਫਕੀਰ ਆਉਂਦੇ ਅਤੇ ਕੋਲ ਰਹਿੰਦੇ ਸਨ, ਸਾਧਕ ਉੱਥੇ ਕਰਦੇ ਸਨ ਚੋਟ। ਪੁਰਾਣੇ ਸਮਿਆਂ 'ਚ ਕੋਲ ਸ਼ਿਸ਼ ਹੁੰਦੇ ਸਨ, ਉੱਥੇ ਹੀ ਸ਼ਬਦ ਦੀ ਵੀ ਚੋਟ ਹੁੰਦੀ ਸੀ ਸਾਹਮਣੇ। ਪਰ ਇੱਥੇ ਬਹੁਤ ਦੂਰੋਂ ਚੋਟ ਹੋ ਰਹੀ ਹੈ। ਐਸਾ ਵੀ ਹੋ ਸਕਦਾ ਹੈ, ਕਿਉਂਕਿ ਜਿਹੜਾ ਸੁਣ ਰਿਹਾ ਹੈ ਨਾ, ਉਹਦੇ 'ਤੇ ਨਿਰਭਰ ਕਰਦਾ ਹੈ। ਇਹੋ ਹੀ ਮੈਂ ਅਕਸਰ ਕਹਿਣਾ, ਵੀ ਕਿਰਪਾ ਕਰਨ ਵਾਲੇ ਨਾਲੋਂ ਕਿਰਪਾ ਪਾਉਣ ਵਾਲਾ ਮਹਾਨ ਹੈ। ਉਹ ਪਾ ਸਕਦਾ ਹੈ।